ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 475 ਤੋਂ ਲੈ ਕੇ 477 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਹੁਣ ਭਗਤਾਂ ਦੀ ਬਾਣੀ ਰਾਗ ਆਸਾ ਵਿੱਚ ਸ਼ੁਰੂ ਹੋਈ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਆਸਾ ਬਾਣੀ ਭਗਤਾਂ ਕੀ। ਕਬੀਰ ਜੀਓ, ਨਾਮਦੇਵ ਜੀਓ, ਰਵਿਦਾਸ ਜੀਓ। ਆਸਾ ਸ੍ਰੀ ਕਬੀਰ ਜੀਓ। ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜੀਓ ਪਾਇਆ। ਕਵਨ ਕਾਜ ਜਗ ਉਪਜੈ ਬਿਨਸੈ, ਕਹੋ ਮੋਹਿ ਸਮਝਾਇਆ। ਦੇਵ ਕਰੋ ਦਿਆ ਮੋਹਿ, ਮਾਰਗ ਲਾਵੋ, ਜਿਤ ਪੈ ਬੰਧਨ ਟੂਟੈ। ਜਨਮ ਮਰਨ ਦੁਖ ਫੇੜ ਕਰਮ, ਸੁਖ ਜੀ ਜਨਮ ਤੇ ਛੂਟੈ ਰਹਾਓ। ਹਾਂਜੀ ਸੰਗਤ ਜੀ, ਭਗਤ ਕਬੀਰ ਜੀ ਕਹਿੰਦੇ ਮੈਂ ਆਪਣੇ ਗੁਰੂ ਦੇ ਚਰਨਾਂ ਤੇ ਬੇਨਤੀ ਕੀਤੀ, ਪੁੱਛਿਆ ਕਿ ਮੈਨੂੰ ਦੱਸੋ ਕਿ ਜੀਵ ਕਿਉਂ ਪੈਦਾ ਹੁੰਦਾ, ਇੱਥੇ ਜੀਵ ਦਾ ਜਨਮ ਕਿਉਂ ਹੁੰਦਾ, ਜੀਵ ਦਾ ਜਨਮ ਤੇ ਮਰਨ ਕਿਸ ਮਕਸਦ ਕਰਕੇ ਹੁੰਦਾ, ਮੈਨੂੰ ਇਸ ਗੱਲ ਦੀ ਸਮਝ ਦਿਓ। ਕਹਿੰਦੇ ਦੇਵ ਕਰੋ ਦਿਆ ਮੋਹਿ ਮਾਰਗ ਲਾਵੋ। ਕਹਿੰਦੇ ਹੇ ਮੇਰੇ ਗੁਰੂ ਦੇਵ, ਮੈਨੂੰ ਉਹ ਰਸਤਾ ਦਿਖਾਵੋ ਜਿਸ ਰਸਤੇ ਤੇ ਚੱਲ ਕੇ ਮੇਰੇ ਦੁਨੀਆ ਦੇ ਸਹਿਮ, ਮਾਇਆ ਦੇ ਬੰਧਨ ਸਾਰੇ ਖਤਮ ਹੋ ਜਾਣ। ਮੇਰਾ ਜਨਮ ਮਰਨ ਦਾ ਚੱਕਰ ਖਤਮ ਹੋ ਜੇ। ਕਰਮਾਂ ਦੇ ਕਾਰਨ ਜਿਹੜੇ ਮੈਨੂੰ ਇਹ ਗੇੜ ਪਏ ਹੋਏ ਨੇ ਜੰਮਣ ਮਰਨ ਦੇ, ਇਹਨਾਂ ਤੋਂ ਮੇਰਾ ਆਵਾਗਮਨ ਤੋਂ ਛੁਟਕਾਰਾ ਹੋ ਜੇ। ਮੈਨੂੰ ਉਸ ਰਸਤੇ ਤੇ ਪਾਓ। ਮਾਇਆ ਫਾਸ ਬੰਦ ਨਹੀਂ ਫਾਰੈ, ਅਰ ਮਨ ਸੁਨ ਨ ਲੂਕੇ। ਆਪਾ ਪਦ ਨਿਰਵਾਣ ਨ ਚੀਨਿਆ, ਇਨ ਪਿਦ ਅਪਿਓ ਨ ਚੂਕੇ। ਕਹੀ ਨਾ ਉਪਜੈ ਉਪਜੀ ਜਾਣੈ, ਭਾਵ ਅਭਾਵ ਵਿਹੂਣਾ। ਉਦੇ ਅਸਤ ਕੀ ਮਨ ਬੁੱਧ ਨਾਸੀ, ਤਉ ਸਦਾ ਸਹਿਜ ਲਿਵ ਲੀਣਾ। ਕਹਿੰਦੇ ਜੇ ਜੀਵ ਦੇ ਮਾਇਆ ਫਾਸ ਬੰਦ ਨਹੀਂ ਫਾਰੇ, ਜਦੋਂ ਤੱਕ ਜੀਵ ਦੇ ਕਹਿੰਦੇ ਮਾਇਆ ਦੇ ਬੰਧਨ ਨਹੀਂ ਟੁੱਟੇ ਹੈਗੇ, ਤਾਂ ਉਦੋਂ ਤੱਕ ਫਿਰ ਕਹਿੰਦੇ ਜੀਵ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਨਹੀਂ ਹੋ ਸਕਦਾ। ਜਦੋਂ ਤੱਕ ਕਹਿੰਦੇ ਜੀਵ ਨੇ ਆਪਣੇ ਅੰਦਰ ਵਸਦੇ ਪਰਮਾਤਮਾ ਨੂੰ ਨਹੀਂ ਜਾਣਿਆ, ਫਿਰ ਕਹਿੰਦੇ ਉਦੋਂ ਤੱਕ ਉਹਨੂੰ ਸਮਝ ਨਹੀਂ ਲੱਗਦੀ ਹੈਗੀ ਜੀਵਨ ਦੀ। ਫਿਰ ਨਾ ਹੀ ਉਹਦੇ ਕਹਿੰਦੇ ਵਹਿਮ ਭਰਮ ਡਰ ਸਾਰੇ ਖਤਮ ਹੁੰਦੇ ਨੇ, ਜਦੋਂ ਤੱਕ ਪਰਮਾਤਮਾ ਨਾਲ ਉਹਦੀ ਜਾਣ ਪਹਿਚਾਣ ਨਹੀਂ ਹੋ ਜਾਂਦੀ। ਫਿਰ ਕਹਿੰਦੇ ਵੀ ਆਤਮਾ ਤੇ ਅਮਰ ਆ, ਕਦੇ ਜਨਮ ਦੀ ਮਰਦੀ ਨਹੀਂ ਹੈਗੀ। ਪਰ ਜਦੋਂ ਤੱਕ ਜੀਵ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਇਹਦਾ ਮਤਲਬ ਅਜੇ ਤੱਕ ਉਸਨੇ ਤੱਤ ਗਿਆਨ ਜਾਣਿਆ ਨਹੀਂ ਹੈ। ਜਦੋਂ ਤੱਕ ਉਹਦੇ ਕਹਿੰਦੇ ਵੀ ਇਹ ਜਿਹੜਾ ਜੰਮਣ ਮਰਨ ਦਾ ਚੱਕਰ ਆ ਤੇ ਇਹ ਪਰਮਾਤਮਾ ਨਾਲੋਂ ਅਲੱਗ ਦੇਖਣ ਦਾ ਆਪਣੇ ਆਪ ਨੂੰ, ਉਦੋਂ ਤੱਕ ਕਹਿੰਦੇ ਵੀ ਜੀਵ ਮਤਲਬ ਪਰਮਾਤਮਾ ਵਿੱਚ ਉਹਦੀ ਸਮਾਈ ਨਹੀਂ ਹੋ ਸਕਦੀ। ਤੇ ਜਦੋਂ ਜੀਵ ਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਕਿ ਜੀਵ ਤੇ ਪਰਮਾਤਮਾ ਇੱਕ ਚੀਜ਼ ਆ, ਫਿਰ ਕਹਿੰਦੇ ਉਹ ਜੀਵ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ। ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਬਿਗਰਾਨਾ। ਕਹੋ ਕਬੀਰ ਐਸਾ ਗੁਣ, ਭ੍ਰਮ ਭਾਗਾ, ਤਉ ਮਨ ਸੁਨ ਸਮਾਨਾ। ਕਹਿੰਦੇ ਜਦੋਂ ਜੀਵ ਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਆ ਕਿ ਜੀਵ ਤੇ ਪਰਮਾਤਮਾ ਇੱਕ ਚੀਜ਼ ਹੀ ਹੈ, ਉਦੋਂ ਕਹਿੰਦੇ ਉਹਦੇ ਸਾਰੇ ਸਹਿਮ ਭਰਮ ਖਤਮ ਹੋ ਜਾਂਦੇ ਨੇ। ਉਹ ਫਿਰ ਪਰਮਾਤਮਾ ਦੇ ਚਰਨਾਂ 'ਚ ਲੀਨ ਹੋ ਜਾਂਦਾ। ਉਹ ਕਹਿੰਦੇ ਉਹਨੂੰ ਇਸ ਤਰ੍ਹਾਂ ਦਿਸਦਾ ਜਿਵੇਂ ਜਦੋਂ ਘੜੇ 'ਚ ਪਾਣੀ ਪਾਇਆ ਹੁੰਦਾ,
ਤਾਂ ਉਹਦੇ ਵਿੱਚ ਜੇ ਉੱਪਰ ਚੰਦਰਮਾ ਹੈ ਜਾਂ ਹੋਰ ਕੋਈ ਪ੍ਰਤੀਬਿੰਬ ਬਣਦਾ ਹੈ, ਜਦੋਂ ਘੜਾ ਟੁੱਟ ਗਿਆ ਤਾਂ ਪ੍ਰਤੀਬਿੰਬ ਖਤਮ ਹੋ ਗਿਆ, ਉਹ ਪ੍ਰਤੀਬਿੰਬ ਵਿੱਚ ਹੀ ਸਮਾ ਗਿਆ। ਪਹਿਲਾਂ ਦੋ ਚੀਜ਼ਾਂ ਬਣੀਆਂ ਹੋਈਆਂ ਸੀ, ਇੱਕ ਪ੍ਰਤੀਬਿੰਬ ਸੀ, ਉਹ ਸੀ। ਹੁਣ ਜਦੋਂ ਉਹ ਟੁੱਟ ਗਿਆ ਘੜਾ ਪਾਣੀ ਦੇ ਵਿੱਚੋਂ, ਉਹ ਪ੍ਰਤੀਬਿੰਬ ਲੰਘ ਗਿਆ, ਨਿਕਲ ਗਿਆ, ਫਿਰ ਉਹ ਇੱਕ ਚੀਜ਼ ਹੀ ਬਣ ਗਈ। ਇਸ ਤਰ੍ਹਾਂ ਕਹਿੰਦੇ ਜੀਵ ਦੇ ਜਿਹੜਾ ਹੈਗਾ ਨਾ ਭਰਮ ਮਨ ਦੇ ਵਿੱਚੋਂ ਨਿਕਲ ਜਾਂਦਾ ਕਿ ਆਤਮਾ ਅਤੇ ਪਰਮਾਤਮਾ ਦੋ ਅਲੱਗ ਚੀਜ਼ਾਂ ਨੇ। ਜੀਵ ਦੀ ਆਤਮਾ ਅਤੇ ਪਰਮਾਤਮਾ ਇੱਕ ਚੀਜ਼ ਆ, ਕਿਉਂਕਿ ਆਤਮਾ ਪਰਮਾਤਮਾ ਦੀ ਅੰਸ਼ ਹੈ। ਪਰ ਇਸ ਚੀਜ਼ ਦੀ ਸਮਝ ਬੜੀ ਮੁਸ਼ਕਿਲ ਨਾਲ ਲੱਗਦੀ ਆ, ਕਿਸੇ ਵਿਰਲੇ ਨੂੰ ਲੱਗਦੀ ਆ। ਵਾਹਿਗੁਰੂ ਜੀ, ਵਾਹਿਗੁਰੂ ਜੀ। ਆਸਾ ਗਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ ਗਲੀ ਜਿਨਾ ਜਪ ਮਾਲੀਆਂ, ਲੋਟੇ ਹੱਥ ਨਿਬਗ। ਓਏ ਹਰ ਕੇ ਸੰਤ ਨ ਆਖੀਐ, ਬਾਨਾਰਸ ਕੇ ਠੱਗ। ਐਸੇ ਸੰਤ ਨ ਮੋਕੋ ਪਾਵੈ, ਡਾਲਾ ਸਿਉ ਪੇਡਾ ਗਟਕਾਵੈ। ਰਹਾਓ। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੇ ਕਹਿੰਦੇ 3-3 ਗਜ ਦੀਆਂ, 3.5 ਗਜ ਦੀਆਂ ਧੋਤੀਆਂ ਪਾਈਆਂ ਹੋਈਆਂ ਨੇ, ਤੀਰੇ ਤੀਰੇ ਕਹਿੰਦੇ ਜਨੇਊ ਪਾਏ ਹੋਏ ਨੇ, ਗਲਾਂ 'ਚ ਜਪਣ ਦੇ ਲਈ ਮਾਲਾ ਪਾਈਆਂ ਨੇ, ਹੱਥ ਵਿੱਚ ਲਿਸ਼ਕ ਦੇ ਲੋਟੇ ਫੜੇ ਹੋਏ ਨੇ। ਕਹਿੰਦੇ ਉਹਨਾਂ ਦਾ ਪਹਿਰਾਵਾ ਸਮਝ ਕੇ ਉਹਨਾਂ ਨੂੰ ਸੰਤ ਨਾ ਸਮਝ ਲਿਓ, ਉਹ ਤਾਂ ਕਹਿੰਦੇ ਬਨਾਰਸ ਦੇ ਅਸਲੀ ਠੱਗ ਨੇ। ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਬਨਾਵਟੀ ਸੰਤ ਨੇ, ਮੈਨੂੰ ਇਹ ਚੰਗੇ ਨਹੀਂ ਲੱਗਦੇ। ਕਹਿੰਦੇ ਇਹ ਤਾਂ ਕਹਿੰਦੇ ਜਿਸ ਤਰ੍ਹਾਂ ਨਾ ਵੀ ਪੇੜ ਨੂੰ ਕਹਿੰਦੇ ਜੜ੍ਹੋਂ ਹੀ ਪੁੱਟ ਕੇ ਡਾਲੀਆਂ ਦੇ ਨਾਲ ਹੀ ਜਿਵੇਂ ਗਟਕਾ ਦਿੰਦੇ ਨੇ, ਮਾਰ ਦਿੰਦੇ ਨੇ, ਮਤਲਬ ਕਿ ਮਾਇਆ ਦੀ ਖਾਤਰ ਸਾਬਤੇ ਕਹਿੰਦੇ ਮਨੁੱਖ ਨੂੰ ਵੀ ਕਹਿੰਦੇ ਨਿਗਲ ਲੈਂਦੇ ਨੇ। ਇਸ ਤਰ੍ਹਾਂ ਦੇ ਨੇ ਇਹ। ਬਾਸਨ ਮਾਂਜ ਚਰਾਵੈ ਉਪਰ, ਕਾਠੀ ਧੋਏ ਜਲਾਵੈ। ਬਸੁਦਾ ਖੋਦ ਕਰੈ ਦੋਏ ਚੂਲੇ, ਸਾਰੇ ਮਾਨਸ ਖਾਵੈ। ਓਏ ਪਾਪੀ ਸਦਾ ਫਿਰੇ ਅਪਰਾਧੀ, ਮੁਖੋਂ ਅਪਰਸ ਕਹਾਵੈ। ਸਦਾ ਸਦਾ ਫਿਰੇ ਅਭਿਮਾਨੀ, ਸਗਲ ਕੁਟੰਬ ਡੁਬਾਵੈ। ਕਹਿੰਦੇ ਆਪਣੇ ਭਾਂਡੇ ਵੀ ਚੰਗੀ ਤਰ੍ਹਾਂ ਧੋਂਦੇ ਨੇ, 2-2 ਚੁੱਲ੍ਹੇ ਬਣਾਉਂਦੇ ਨੇ, ਕਹਿੰਦੇ ਧਰਤੀ ਨੂੰ ਖੋਦ ਕੇ ਉਹਦੇ ਉੱਪਰ ਕਹਿੰਦੇ ਜਦੋਂ ਚੁੱਲ੍ਹਿਆਂ 'ਚ ਬਾਲਦੇ ਨੇ ਜਿਹੜੀ ਲੱਕੜੀ, ਉਹਨੂੰ ਵੀ ਧੋ ਕੇ ਬਾਲਦੇ ਨੇ ਸੁੱਚੀ ਕਰਕੇ। ਕਹਿੰਦੇ ਉਸ ਤਰ੍ਹਾਂ ਬੜੇ ਅਪਰਾਧ ਕਰਦੇ ਨੇ, ਪਰ ਉੱਪਰੋਂ ਆਪਣੇ ਆਪ ਨੂੰ ਦਿਖਾਉਂਦੇ ਨੇ ਕਿ ਵੀ ਅਸੀਂ ਮਾਇਆ ਤੋਂ ਨਿਰਲੇਪ ਹਾਂ। ਬੜੇ ਕਹਿੰਦੇ ਹੰਕਾਰ 'ਚ ਰਹਿੰਦੇ ਨੇ। ਕਹਿੰਦੇ ਆਪਣੇ ਔਗਣਾ ਕਰਕੇ ਆਪ ਤਾਂ ਡੁੱਬਣਾ ਹੀ ਆ, ਆਪਣੇ ਸਾਥੀਆਂ ਨੂੰ ਵੀ ਡੋਬ ਲੈਂਦੇ ਨੇ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੈ। ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨ ਆਵੈ। ਫਿਰ ਕਬੀਰ ਜੀ ਕਹਿੰਦੇ ਨੇ ਭਾਈ ਜੀਵਾਂ ਦੇ ਵੀ ਕੀ ਵਾਸਾ, ਜਿਸ ਜਿਸ ਪਾਸੇ ਪਰਮਾਤਮਾ ਨੇ ਜਿਸ ਜੀਵ ਨੂੰ ਲਾਇਆ, ਉਹ ਜੀਵ ਉਹੋ ਜਿਹੀ ਕਰਮ ਕਮਾ ਰਿਹਾ ਆਪਣੇ ਪੂਰਵਲੇ ਸੰਸਕਾਰਾਂ ਦੇ ਅਨੁਸਾਰ। ਫਿਰ ਕਬੀਰ ਜੀ ਕਹਿੰਦੇ ਨੇ ਜਿਸ ਜੀਵ ਨੇ ਗੁਰੂ ਦੀ ਸ਼ਰਨ ਲਈ ਆ, ਉਹਦਾ ਕਹਿੰਦੇ ਆਵਾਗਮਨ ਦਾ ਚੱਕਰ ਖਤਮ ਹੋ ਜਾਂਦਾ। ਆਸਾ ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ। ਤਿਸ ਬਾਪ ਕਉ ਕਿਉ ਮਨੋ ਵਿਸਾਰੀ, ਆਗੇ ਗਿਆਨ ਬਾਜੀ ਹਾਰੀ। ਮੋਈ ਮੇਰੀ ਮਾਈ ਹਉ ਖਰਾ ਸੁਖਾਲਾ, ਪਹਿਰੋ ਨਹੀਂ ਦਗਲੀ ਲੱਗੇ ਨਾ ਪਾਲਾ। ਰਹਾਓ। ਹਾਂਜੀ ਸੰਗਤ ਜੀ, ਭਗਤ ਕਬੀਰ ਜੀ ਕਹਿੰਦੇ ਨੇ ਉਹ ਪਰਮੇਸ਼ਰ ਜੋ ਮੇਰੇ ਹਿਰਦੇ ਵਿੱਚ ਹੈ, ਉਹਦਾ ਹੀ ਮੈਨੂੰ ਆਸਰਾ ਹੈ। ਕਹਿੰਦੇ ਉਹਨੇ ਮੇਰੇ ਮੁਖ ਵਿੱਚ ਆਪਣਾ ਅੰਮ੍ਰਿਤ ਰੂਪੀ ਨਾਮ ਦਿੱਤਾ ਹੈ, ਅਤੇ ਹੁਣ ਮੇਰੀ ਹਿਰਦੇ ਰੂਪੀ ਸੇਜ ਬੜੀ ਸੁਖਾਲੀ ਹੋ ਗਈ ਆ। ਕਹਿੰਦੇ ਕਿਉਂ ਮੈਂ ਆਪਣੇ ਇਸ ਪਿਤਾ ਨੂੰ ਕਿਉਂ ਆਪਣੇ ਚੇਤੇ 'ਚੋਂ ਭੁਲਾਵਾਂ, ਜਿਹਨੇ ਮੇਰੇ ਹਿਰਦੇ ਰੂਪੀ ਸੇਜ ਸੁਖਾਲੀ ਕਰ ਦਿੱਤੀ ਆ। ਜੇ ਮੈਂ ਕਹਿੰਦੇ ਇਹਨੂੰ ਆਪਣੇ ਚਿੱਤ ਤੋਂ ਨਹੀਂ ਵਿਸਾਰਦਾ, ਫਿਰ ਮੈਂ ਕਹਿੰਦੇ ਪਰਲੋਕ ਵਿੱਚ ਜਾ ਕੇ ਆਪਣੀ ਜੀਵਨ ਬਾਜੀ ਨਹੀਂ ਹਾਰਦਾ। ਮੈਂ ਇੱਥੇ ਵੀ ਸੁਖਾਲਾ, ਮੇਰਾ ਪਰਲੋਕ ਵੀ ਸੁਖਾਲਾ। ਆਪਣੇ ਬਾਪ ਨੂੰ ਮੈਂ ਚੇਤੇ 'ਚ ਵਸਾਇਆ, ਉਸ ਪਰਮੇਸ਼ਰ ਨੂੰ। ਫਿਰ ਕਹਿੰਦੇ ਜਿਹੜੀ ਮੇਰੀ ਮਾਇਆ ਦੀ ਮਮਤਾ ਉਹ ਖਤਮ ਹੋ ਗਈ ਆ।
ਹੁਣ ਮੈਂ ਬੜਾ ਸੌਖਾ ਹੋ ਗਿਆ। ਹੁਣ ਕਹਿੰਦੇ ਇਹਦੇ ਕਰਕੇ ਮੇਰਾ ਹੁਣ ਦੁਬਾਰਾ ਜਨਮ ਵੀ ਨਹੀਂ ਹੋਣਾ, ਮੈਂ ਦੁਬਾਰਾ ਸਰੀਰ ਦੇ ਰੂਪ ਵਿੱਚ ਨਹੀਂ ਆਉਣਾ ਹੈਗਾ। ਕਹਿੰਦੇ ਨਾ ਮੈਨੂੰ ਹੁਣ ਮਾਇਆ ਦੀ, ਮੋਹ ਦੀ, ਕਿਸੇ ਚੀਜ਼ ਦਾ ਡਰ ਰਿਹਾ ਹੈ। ਬਲ ਤਿਸ ਬਾਪੈ ਜਿਨ ਹੋ ਜਾਇਆ, ਪੰਚਾਂ ਤੇ ਮੇਰਾ ਸੰਗ ਚੁਕਾਇਆ। ਪੰਚ ਮਾਰ ਪਾਵਾ ਤਲ ਦੀਨੇ, ਹਰ ਸਿਮਰਨ ਮੇਰਾ ਮਨ ਤਨ ਪੀਨੇ। ਕਹਿੰਦੇ ਮੈਂ ਉਸ ਪਰਮੇਸ਼ਰ ਤੋਂ ਸਦਕੇ ਜਾਣਾ ਜਿਹਨੇ ਕਹਿੰਦੇ 5 ਕਾਮਾਦਿਕ ਵੈਰੀ ਨੇ ਉਹਨਾਂ ਦੇ ਨਾਲ ਮੇਰਾ ਸਾਥ ਖਤਮ ਕਰ ਦਿੱਤਾ ਤੇ ਮੇਰੇ ਪੈਰਾਂ ਦੇ ਤਲੇ ਹੇਠਾਂ ਦੱਬ ਦਿੱਤੇ। ਕਹਿੰਦੇ ਉਸ ਦੇ ਸਿਮਰਨ ਦੇ ਨਾਲ ਮੇਰਾ ਮਨ ਤੇ ਤਨ ਹਮੇਸ਼ਾ ਖਿੜਿਆ ਰਹਿੰਦਾ ਹੈ। ਪਿਤਾ ਹਮਾਰੋ ਵੱਡ ਗੋਸਾਈ, ਤਿਸ ਪਿਤਾ ਪੈ ਹੋ ਕਿਉ ਕਰ ਜਾਈ। ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰੇ ਮਨ ਪਾਇਆ। ਕਹਿੰਦੇ ਉਹ ਪਰਮੇਸ਼ਰ ਮੇਰਾ ਪਿਤਾ ਬਹੁਤ ਵੱਡਾ ਮਾਲਕ ਹੈ। ਕਹਿੰਦੇ ਉਹਦੇ ਤੱਕ ਕਿਵੇਂ ਪਹੁੰਚਿਆ ਜਾ ਸਕਦਾ? ਕਹਿੰਦੇ ਮੈਨੂੰ ਸਤਿਗੁਰ ਨੇ ਮਾਰਗ ਦਿਖਾਇਆ ਮੇਰੇ ਪਿਤਾ ਤੱਕ ਪਹੁੰਚਣ ਦਾ। ਹੁਣ ਕਹਿੰਦੇ ਜਦੋਂ ਮੈਂ ਆਪਣੇ ਪਿਤਾ ਤੱਕ ਪਹੁੰਚ ਗਿਆ ਮੇਰੇ ਮਨ ਨੂੰ ਮੇਰਾ ਪਿਤਾ ਬਹੁਤ ਹੀ ਪਿਆਰਾ ਲੱਗਿਆ। ਮੈਂ ਆਨੰਦ ਵਿੱਚ ਹਾਂ। ਹੁਣ ਹਉ ਪੂਤ ਤੇਰਾ ਤੂੰ ਬਾਪ ਮੇਰਾ, ਏਕੇ ਠਾਹਰ ਦੁਹਾਂ ਬਸੇਰਾ। ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਕਹਿੰਦੇ ਹੇ ਪਰਮੇਸ਼ਰ ਤੂੰ ਮੇਰਾ ਪਿਤਾ, ਮੈਂ ਤੇਰਾ ਪੁੱਤਰ ਹਾਂ। ਅਸੀਂ ਦੋਨੇ ਇੱਕੋ ਜਗ੍ਹਾ 'ਤੇ ਵਸਦੇ ਹਾਂ, ਹਿਰਦੇ ਵਿੱਚ। ਕਬੀਰ ਜੀ ਕਹਿੰਦੇ ਨੇ ਜਿਸ ਨੇ ਗੁਰੂ ਦੀ ਕਿਰਪਾ ਦੇ ਨਾਲ ਜੀਵਨ ਦੀ ਅਸਲੀਅਤ ਨੂੰ ਸਮਝ ਲਿਆ, ਉਸਨੇ ਉਸ ਪਰਮੇਸ਼ਰ ਨੂੰ ਸਮਝ ਲਿਆ। ਉਹਦੀ ਜਾਣ ਪਹਿਚਾਣ ਉਸ ਪਰਮੇਸ਼ਰ ਨਾਲ ਹੋ ਗਈ ਜਿਹਨੂੰ ਜੀਵਨ ਦਾ ਤੱਤ ਗਿਆਨ ਪਤਾ ਲੱਗ ਗਿਆ। ਆਸਾ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ। ਆਸ ਪਾਸ ਪੰਚ ਜੋਗੀਆ ਬੈਠੇ, ਬੀਚ ਨਕਟ ਦੇ ਰਾਣੀ। ਨਕਟੀ ਕੋਠਨ ਗਨ ਬਾਡਾਡੂ, ਕਿਨਹੀ ਵਿਵੇਕੀ ਕਾਟੀ ਤੂੰ ਰਹਾਓ। ਇੱਥੇ ਹੁਣ ਦੂਜੇ ਪਾਸੇ ਦੀ ਤਸਵੀਰ ਖਿੱਚਦੇ ਨੇ ਕਬੀਰ ਜੀ। ਕਹਿੰਦੇ ਜਿੱਥੇ ਮਨਮੁਖ ਸ਼ਰਾਬੀ ਲੋਕ ਬੈਠੇ ਹੁੰਦੇ ਨੇ, ਇੱਕ ਪਾਸੇ ਕਹਿੰਦੇ ਉਹਨਾਂ ਨੇ ਕੁੱਕੜ ਬਣਾ ਕੇ ਰੱਖਿਆ ਹੁੰਦਾ, ਇੱਕ ਪਾਸੇ ਉਹਨਾਂ ਨੇ ਸ਼ਰਾਬ ਭਰ ਕੇ ਰੱਖੀ ਹੁੰਦੀ ਆ। ਇਹੋ ਜਿਹੀ ਜਗ੍ਹਾ 'ਤੇ ਕਹਿੰਦੇ ਜਿਹੜੇ ਪੰਜੇ ਕਾਮਾਦਿਕ ਵੈਰੀ ਨੇ ਅਤੇ ਮਾਇਆ ਦਾ ਬੜਾ ਕਹਿੰਦੇ ਬੋਲਬਾਲਾ ਹੁੰਦਾ। ਮਾਇਆ ਤਾਂ ਕਹਿੰਦੇ ਸਾਰੇ ਸੰਸਾਰ ਵਿੱਚ ਹੀ ਬੋਲਬਾਲੇ 'ਚ ਫਿਰਦੀ ਆ। ਕਹਿੰਦੇ ਕੋਈ ਵਿਚਾਰਵਾਨ ਆ ਜਿਸ ਨੇ ਇਸ ਮਾਇਆ ਨੂੰ ਕਹਿੰਦੇ ਕਾਬੂ ਵਿੱਚ ਕਰਕੇ ਰੱਖਿਆ ਹੁੰਦਾ। ਸਗਲ ਮਾਹੇ ਨਕਟੀ ਕਾ ਵਾਸਾ, ਸਗਲ ਮਾਰ ਹਉ ਹੇਰੀ। ਸਗਲਿਆਂ ਕੀ ਹਉ ਬਹਿਨ ਪਾਨ ਜੀ, ਜਿਨੇ ਬਰੀ ਤਿਸ ਚੇਰੀ। ਕਹਿੰਦੇ ਬਹੁਤਿਆਂ ਦੇ ਵਿੱਚ ਇਹ ਮਾਇਆ ਪ੍ਰਧਾਨ ਹੋਈ ਫਿਰਦੀ ਆ। ਸਾਰਿਆਂ ਦੇ ਉੱਪਰ ਕਹਿੰਦੇ ਮਾਇਆ ਦਾ ਕਾਬੂ ਹੈ। ਕਹਿੰਦੇ ਕੋਈ ਹੈ ਕਿ ਜਿਹਨੇ ਮਤਲਬ ਇਹਦੇ ਉੱਪਰ ਕਾਬੂ ਕੀਤਾ ਹੋਏ। ਕਹਿੰਦੇ ਬਹੁਤਿਆਂ ਨੇ ਜਿਸ ਤਰ੍ਹਾਂ ਐਵੇਂ ਇਕੱਠੀ ਕਰਦੇ ਨੇ ਜਿਵੇਂ ਭੈਣ ਅਤੇ ਭਾਣਜੀ ਦੇ ਨਾਲ ਪ੍ਰੇਮ ਹੁੰਦਾ। ਫਿਰ ਕਹਿੰਦੇ ਜਿਹਨੇ ਇਹਦੇ 'ਤੇ ਕੰਟਰੋਲ ਕਰ ਲਿਆ, ਕਾਬੂ 'ਚ ਕਰ ਲਿਆ ਮਾਇਆ ਨੂੰ, ਉਹਦੀ ਫਿਰ ਇਹ ਦਾਸੀ ਬਣਦੀ ਆ। ਹਮਰੋ ਭਰਤਾ ਬਡੋ ਵਿਵੇਕੀ, ਆਪੇ ਸੰਤ ਕਹਾਵੈ। ਉਹ ਹਮਾਰੇ ਮਾਥੇ ਕਾਇਮ, ਔਰ ਹਮਰੇ ਨਿਕਟ ਨ ਆਵੈ। ਕਹਿੰਦੇ ਜਦੋਂ ਕਹਿੰਦੇ ਹਮਰੋ ਭਰਤਾ ਬਡੋ ਵਿਵੇਕੀ, ਆਪੇ ਸੰਤ ਕਹਾਵੇ। ਕਹਿੰਦੇ ਜਿਹੜਾ ਕੋਈ ਵੱਡਾ ਵਿਚਾਰਵਾਨ ਆ, ਕਹਿੰਦੇ ਜਿਹਨੇ ਕਹਿੰਦੇ ਸਾਡੇ ਉਹ ਪਰਮਾਤਮਾ ਕਹਿੰਦੇ ਜਿਹਨੇ ਕਹਿੰਦੇ ਸਾਡੇ ਸਿਰ ਦੇ ਉੱਪਰ ਮਿਹਰ ਕਰਕੇ ਸਾਡਾ ਮਾਇਆ 'ਤੇ ਕਾਬੂ ਕਰਵਾਇਆ। ਫਿਰ ਕਹਿੰਦੇ ਇਹ ਸਾਡਾ ਕੁਛ ਨਹੀਂ ਵਿਗਾੜ ਸਕਦੀ। ਜਦੋਂ ਪਰਮੇਸ਼ਰ ਨੇ ਕਹਿੰਦੇ ਮਿਹਰ ਕਰਕੇ ਸਾਡੇ ਮਾਇਆ ਵਸ ਵਿੱਚ ਕਰ ਦਿੱਤੀ, ਸਾਡੇ ਕਹਿੰਦੇ ਮੱਥੇ ਦੇ ਉੱਪਰ ਉਹਦਾ ਹਮੇਸ਼ਾ ਕਹਿੰਦੇ ਹੱਥ ਰਹਿੰਦਾ ਪਰਮਾਤਮਾ ਦਾ, ਫਿਰ ਸਾਡੇ ਇਹ ਨੇੜੇ ਨਹੀਂ ਆ ਸਕਦੀ।
नाकों काटी कानों काटी काट कूट कै डारी कहो कबीर संतन की बैरन तीन लोक की प्यारी। ਕਹਿੰਦੇ ਜਿਹੜੇ ਸੰਤ ਨੇ ਉਹ ਇਹਦੀ ਪਰਵਾਹ ਨਹੀਂ ਕਰਦੇ, ਕਹਿੰਦੇ ਉਹ ਇਹਨੂੰ ਕਹਿੰਦੇ ਕਿਸੇ ਪਾਸਿਓਂ ਵੀ ਮੂੰਹ ਨਹੀਂ ਲਾਉਂਦੇ ਮਾਇਆ ਨੂੰ। ਕਹਿੰਦੇ ਜਿਹੜੀ ਇਹ ਸੰਤਾਂ ਦੀ ਬੈਰਨ ਆ, ਇਸ ਤਰ੍ਹਾਂ ਕਿ ਸੰਤਾਂ ਦਾ ਆਤਮਿਕ ਜੀਵਨ ਤਬਾਹ ਨਹੀਂ ਕਰ ਸਕਦੀ ਜਿਵੇਂ ਆਮ ਲੋਕਾਂ ਦਾ ਕਰ ਦਿੱਤਾ, ਕਿਉਂਕਿ ਸੰਤਾਂ ਨੇ ਇਹਨੂੰ ਕਾਬੂ ਵਿੱਚ ਕੀਤਾ ਹੁੰਦਾ। ਪਰ ਕਹਿੰਦੇ ਤਿੰਨਾਂ ਲੋਕਾਂ ਦੀ ਜੀਵਾਂ ਦੀ ਪਿਆਰੀ ਆ ਮਾਇਆ, ਪਰ ਸੰਤਾਂ ਦੀ ਇਹ ਬੈਰਨ ਆ। ਆਸਾ ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਣਾ ਲੁੰਜਿਤ ਮੁੰਜਿਤ ਮੋਨ ਜਟਾ ਤਰ ਅੰਤ ਤਉ ਮਰਨਾ ਤਾਂ ਤੇ ਸੇਵੀਅਲੇ ਰਾਮ ਨਾ ਰਸਨਾ ਰਾਮ ਨਾਮ ਹਿਤ ਜਾ ਕੈ ਕਹਾ ਕਰੈ ਜਮਨਾ ਰਹਾਓ। ਕਹਿੰਦੇ ਬੜੇ ਤਰ੍ਹਾਂ ਦੇ ਜੋਗੀ ਲੋਕ ਨੇ, ਜਤੀ ਨੇ, ਤਪ ਕਰਨ ਵਾਲੇ ਨੇ, ਸੰਨਿਆਸੀ ਨੇ, ਜੋ ਬੜੇ ਤੀਰਥ ਰਟਨ ਕਰਦੇ ਫਿਰਦੇ ਨੇ। ਤੀਰਥਾਂ 'ਤੇ ਮਤਲਬ ਜਾਂਦੇ ਨੇ, ਜਿੱਦਾਂ ਕਹਿੰਦੇ ਵੀ ਤੀਰਥ ਯਾਤਰਾ ਕਰਦੇ ਨੇ ਪਰਮਾਤਮਾ ਨੂੰ ਪਾਉਣ ਦੀ ਖਾਤਰ। ਇਸ ਤਰ੍ਹਾਂ ਹੀ ਕਹਿੰਦੇ ਮੋਨੀ ਨੇ, ਜਟਾਧਾਰ ਨੇ, ਸਰੇਵੜੇ ਨੇ, ਪਰ ਕਹਿੰਦੇ ਸਾਰਿਆਂ ਨੇ ਅੰਤ ਨੂੰ ਮਰਨਾ ਤਾਂ ਹੈ ਨਾ। ਇਸ ਕਰਕੇ ਕਬੀਰ ਜੀ ਕਹਿੰਦੇ ਨੇ ਕਿ ਇਹ ਸਾਰੇ ਭੇਸ ਧਾਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਪ੍ਰਾਪਤੀ ਹੋਣੀ ਆ ਪਰਮਾਤਮਾ ਦੀ ਉਹਦਾ ਨਾਮ ਸਿਮਰ ਕੇ। ਫਿਰ ਕਬੀਰ ਜੀ ਕਹਿੰਦੇ ਨੇ ਜਿਸ ਨੇ ਰਸਨਾ ਦੇ ਨਾਲ, ਪ੍ਰੇਮ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਜਪਿਆ, ਜਮ ਉਹਦਾ ਕੋਈ ਕੁਛ ਨਹੀਂ ਵਿਗਾੜ ਸਕਦਾ, ਕਿਉਂਕਿ ਉਹ ਆਵਾਗਮਨ ਦੇ ਚੱਕਰ 'ਚੋਂ ਨਿਕਲ ਗਿਆ। ਆਗਮ ਨਿਰਗਮ ਜੋਤਿਕ ਜਾਣੈ ਬਹੁ ਬਹੁ ਬਿਆ ਕਰਨਾ ਤੰਤ ਮੰਤਰ ਸਭ ਔਖਦ ਜਾਣੈ ਅੰਤ ਤਉ ਮਰਨਾ ਰਾਜ ਭੋਗ ਅਰ ਛਤਰ ਸਿੰਘਾਸਨ ਬਹੁ ਸੁੰਦਰ ਰਮਨਾ ਪਾਨ ਕਪੂਰ ਸੁਬਾਸਕ ਚੰਦਨ ਅੰਤ ਤਉ ਮਰਨਾ वेद पुराण सिमरत सब खोजे कहू ना उबरना कहो कबीर इਉਂ ਰਾਮੈ ਜੰਪੋ ਮੇਟ ਜਨਮ ਮਰਨਾ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ ਕਹਿੰਦੇ ਉਹ ਲੋਕ ਜਿਹੜੇ ਵੇਦਾਂ ਸ਼ਾਸਤਰਾਂ ਦੇ ਗਿਆਤਾ ਨੇ, ਜੋਤਿਸ਼ ਜਾਣਦੇ ਨੇ, ਬੜੀ ਤਰ੍ਹਾਂ ਦੀ ਵਿਆਕਰਨ ਜਾਣਦੇ ਨੇ, ਤੰਤਰ ਮੰਤਰ ਜਾਣਦੇ ਨੇ, ਬੜੀਆਂ ਔਖਦੀਆਂ ਜਾਣਦੇ ਨੇ, ਬੜੀਆਂ ਔਸ਼ਧੀਆਂ ਕਰਨੀਆਂ ਜਾਣਦੇ ਨੇ, ਕਹਿੰਦੇ ਅੰਤ ਨੂੰ ਉਹਨਾਂ ਨੇ ਵੀ ਮਰਨਾ, ਬੈਠੇ ਨਹੀਂ ਰਹਿਣਾ ਹੈਗਾ। ਕਹਿੰਦੇ ਵੱਡੇ ਵੱਡੇ ਰਾਜ ਭੋਗਣ ਵਾਲੇ, ਜਿਨ੍ਹਾਂ ਦੇ ਸਿਰ 'ਤੇ ਛਤਰ ਝੁਲਦੇ ਨੇ, ਵੱਡੇ ਸਿੰਘਾਸਣ ਨੇ, ਸੁੰਦਰ ਮਹਿਲ ਨੇ, ਸੁੰਦਰ ਇਸਤਰੀਆਂ ਨੇ, ਪਾਨ ਕਹਿੰਦੇ ਪਾਨਾਂ ਦੇ ਰਸ ਚੱਖਦੇ ਨੇ, ਚੰਦਨ ਲਾਉਂਦੇ ਨੇ, ਸੁਗੰਧੀਆਂ ਲਾਉਂਦੇ ਨੇ, ਉਹਨਾਂ ਨੇ ਵੀ ਕਹਿੰਦੇ ਅੰਤ ਨੂੰ ਮਰਨਾ ਹੈ। ਕਹਿੰਦੇ ਵੇਦ ਪੁਰਾਣ ਸ਼ਾਸਤਰ ਸਭ ਵਿਚਾਰ ਕੇ ਦੇਖ ਲਏ, ਸਭ ਕਹਿੰਦੇ ਨੇ ਕਿ ਉਸ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਇਸ ਸੰਸਾਰ ਸਾਗਰ ਤੋਂ ਕੋਈ ਨਹੀਂ ਤਰਿਆ। ਫਿਰ ਕਬੀਰ ਜੀ ਕਹਿੰਦੇ ਨੇ ਉਸ ਪਰਮਾਤਮਾ ਦਾ ਨਾਮ ਜਪੀਏ, ਇਸ ਤਰ੍ਹਾਂ ਨਾਮ ਜਪ ਕੇ ਆਪਣਾ ਜਨਮ ਮਰਨ ਦਾ ਜਿਹੜਾ ਇਹ ਗੇੜ ਆ ਉਹਨੂੰ ਖਤਮ ਕਰ ਲਈਏ। ਉਹਦੇ ਨਾਮ ਤੋਂ ਬਿਨਾਂ ਬੰਦ ਖਲਾਸੀ ਨਹੀਂ ਹੈ, ਉਹਦਾ ਨਾਮ ਹੀ ਇਸ ਭਵਜਲ ਤੋਂ ਤਾਰਨ ਵਾਲਾ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।